Hello students, my name is Kuljeet Kaur. I am lecturer biology in Government Girls Senior Secondary School Puradi, District SC7. Students, we are doing 5th chapter of biology, that is principle of inheritance and variation. In my previous video, we discussed about Mendel's dihedral clause and principle of independent assortment. In today's lecture, we will study a very important theory, that is chromosomal theory of inheritance, given by Souchon and Boveri. So let's start. Okay students, let's continue chapter 5, that is principles of inheritance and variation. बच्चे आज ਆਪਾਂ ਜਿਹੜਾ ਟੌਪਿਕ ਪੜ੍ਹਨ ਜਾ ਰਹੇ ਹਾਂ ਉਹ ਹੈ क्रोमोसोमल थ्योरी ऑफ इनहेरिटेंस और एक बहुत ही इम्पॉर्टेंट टॉपिक है. सो लेट्स स्टार्ट. ओके बच्चे, क्रोमोसोमल थ्योरी ऑफ इनहेरिटेंस पढ़न तो पहला मैं ਤੁਹਾਨੂੰ ਇੱਕ ਵਾਰੀ ਫਿਰ ਇੱਕ ਚੀਜ਼ ਰਿਵਾਈਜ਼ ਕਰਵਾਉਣਾ ਚਾਹੁੰਦੀ ਹਾਂ. ਆਪਾਂ ਨੂੰ ਪਤਾ ਹੈ ਕਿ ਜੋ ਗ੍ਰੈਗਰ ਮੈਂਡਲ ਸੀਗੇ ਉਹਨਾਂ ਦਾ ਜਿਹੜਾ ਵਰਕ ਸੀਗਾ ਉਹ 1865 ਦੇ ਵਿੱਚ ਪਬਲਿਸ਼ ਹੋਇਆ ਸੀਗਾ, ਠੀਕ ਹੈ. ਲੇਕਿਨ ਉਸ ਸਮੇਂ ਮੈਂਡਲ ਦਾ ਜੋ ਵਰਕ ਸੀਗਾ ਉਹ ਜਿਹੜੇ ਕੋਈ ਲੋਕਲ ਜਰਨਲ ਸੀਗੇ ਉਹਨਾਂ ਦੇ ਵਿੱਚ ਪਬਲਿਸ਼ ਹੋਇਆ ਸੀਗਾ ਔਰ ਉਸ ਸਮੇਂ ਜਿਹੜੀ ਕਮਿਊਨੀਕੇਸ਼ਨ ਸੀਗੀ ਉਹ ਇੰਨੀ ਆਸਾਨ ਨਹੀਂ ਸੀਗੀ. ਸੋ ਉਸ ਸਮੇਂ ਜੋ ਮੈਂਡਲ ਸੀਗੇ ਉਹਨਾਂ ਨੂੰ ਆਪਣੇ ਕੰਮ ਦੀ ਕੋਈ ਰਿਕਗਨਾਈਜੇਸ਼ਨ ਨਹੀਂ ਮਿਲੀ ਸੀਗੀ. ਦੂਸਰੀ ਗੱਲ ਇਹ ਵੀ ਹੈ ਕਿ ਜਿਹੜਾ ਮੈਂਡਲ ਦਾ ਕੰਸੈਪਟ ਸੀਗਾ ਜੀਨਸ ਦਾ, ਨਹੀਂ ਮੈਂਡਲ ਨੇ ਫੈਕਟਰ ਵਰਡ ਯੂਜ਼ ਕੀਤਾ ਸੀ ਕਿ ਜੋ ਫੈਕਟਰਸ ਨੇ ਉਹ ਇੱਕ ਸਟੇਬਲ ਔਰ ਇੱਕ ਡਿਸਕ੍ਰੀਟ ਯੂਨਿਟ ਹੈਗੇ ਨੇ ਜੋ ਕਿ ਕਰੈਕਟਰਸ ਨੂੰ ਕੰਟਰੋਲ ਕਰਦੇ ਨੇ. ਦੈਨ ਹੀ ਆਲਸੋ ਸੈਡ ਕਿ ਪੇਅਰ ਆਫ ਐਲਿਲਸ ਜਿਹੜੇ ਨੇ ਦੇ ਡੂ ਨਾਟ ਬਲੈਂਡ ਵਿਦ ਈਚ ਅਦਰ. ਤਾਂ ਉਸ ਸਮੇਂ ਜਿਹੜੇ ਬਾਇਓਲੋਜਿਸਟ ਸੀਗੇ ਉਹਨਾਂ ਨੇ ਇਹ ਅਸੈਪਟ ਨਹੀਂ ਕੀਤਾ. ਤੀਸਰੀ ਇੱਕ ਹੋਰ ਰੀਜ਼ਨ ਸੀ ਕਿ ਮੈਂਡਲ ਜਿਹੜੇ ਸੀਗੇ ਉਹਨਾਂ ਨੇ ਮੈਥਮੈਟੀਕਲ ਅਪਰੋਚ ਯੂਜ਼ ਕੀਤੀ ਸੀ ਟੂ ਐਕਸਪਲੇਨ ਦਾ ਬਾਇਓਲੋਜੀਕਲ ਫਿਨੋਮੀਨਨ. ਸੋ ਦੈਟ ਵਾਜ਼ ਆਲਸੋ ਅਨਅਸੈਪਟੇਬਲ ਐਟ ਦੈਟ ਟਾਈਮ. ਸੋ ਉਹਨਾਂ ਦੇ ਤਕਰੀਬਨ ਵਰਕ ਪਬਲਿਸ਼ ਹੋਣ ਦੇ 35 ਈਅਰਸ ਤੋਂ ਬਾਅਦ, ਠੀਕ ਹੈ, 1900 ਦੇ ਵਿੱਚ 3 ਸਾਇੰਟਿਸਟ ਸੀਗੇ. ਇਹ ਆਪਾਂ ਨੇ ਕੀਤਾ ਸੀ ਕਿ ਤਿੰਨੋਂ ਆਪਣਾ ਇੰਡੀਪੈਂਡੈਂਟਲੀ ਵਰਕ ਕਰ ਰਹੇ ਸੀਗੇ ਔਰ ਤਿੰਨਾਂ ਨੇ ਮੈਂਡਲ ਦੇ ਲਾਜ਼ ਨੂੰ ਡਿਸਕਵਰ ਕੀਤਾ ਸੀਗਾ, ਠੀਕ ਹੈ. ਜਿਹੜਾ ਮੈਂਡੇਲੀਅਨ ਇਨਹੈਰੀਟੈਂਸ ਜਿਹੜੇ ਰਿਜ਼ਲਟ ਸੀਗੇ ਉਹਨਾਂ ਨੂੰ ਰੀਡਿਸਕਵਰ ਕੀਤਾ ਸੀਗਾ. ਐਂਡ ਦੇ 3 ਸਾਇੰਟਿਸਟ ਕਿਹੜੇ ਸੀਗੇ? ਹਿਊਗੋ ਟਿਵੇਰਿਸ, ਕੋਰਿੰਸ ਐਂਡ ਟੈਸਚਰਮਰ. ਦੇ ਇੰਡੀਪੈਂਡੈਂਟਲੀ ਦੇ ਰੀਡਿਸਕਵਰਡ ਦਾ ਮੈਂਡਲ ਵਰਕ. ਬਾਈ 1900 ਬੱਚੇ ਕੀ ਹੋਇਆ, ਹੌਲੀ ਹੌਲੀ ਸਾਇੰਸ ਟੈਕਨੋਲੋਜੀ ਦੀ ਐਡਵਾਂਸਮੈਂਟ ਹੋ ਗਈ. ਸੋ ਜਦੋਂ ਮੈਂਡਲ ਨੇ ਆਪਣਾ ਵਰਕ ਸਟੱਡੀ ਕੀਤਾ ਸੀ ਉਸ ਸਮੇਂ ਕੋਈ ਮਾਈਕਰੋਸਕੋਪ ਵਗੈਰਾ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਸੀ. ਮੈਂਡਲ ਨੂੰ ਨਿਊਕਲੀਅਸ, ਕ੍ਰੋਮੋਜ਼ੋਮ, ਸੈੱਲ ਇਸ ਬਾਰੇ ਕੁਝ ਵੀ ਨਹੀਂ ਪਤਾ ਸੀਗਾ. ਸੋ 1900 ਤੱਕ ਕੀ ਹੋਇਆ ਕਿ ਮਾਈਕਰੋਸਕੋਪ ਡਿਸਕਵਰ ਹੋ ਗਿਆ. ਤਾਂ ਸਾਇੰਟਿਸਟ ਜਦੋਂ ਮਾਈਕਰੋਸਕੋਪ ਆਇਆ ਤਾਂ ਸਾਇੰਟਿਸਟ ਨੇ ਇੱਕ ਬੜੀ ਇੰਪੋਰਟੈਂਟ ਚੀਜ਼ ਦੇਖੀ ਕਿ ਵਿਦ ਦ ਡਿਸਕਵਰੀ ਆਫ ਦ ਮਾਈਕਰੋਸਕੋਪ ਦੇ ਵਰ ਏਬਲ ਟੂ ਸੀ ਦ ਸੈੱਲ ਡਿਵੀਜ਼ਨ, ਠੀਕ ਹੈ, ਕਿ ਮੂਵਮੈਂਟ ਦੀ ਜਿਹੜਾ ਸਟਰਕਚਰ ਆਫ ਨਿਊਕਲੀਅਸ ਉਹਨਾਂ ਨੇ ਦੇਖਿਆ ਔਰ ਉਹਨਾਂ ਨੇ ਦੇਖਿਆ ਕਿ ਨਿਊਕਲੀਅਸ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਜੋ ਕਿ ਡਬਲ ਹੋ ਜਾਂਦੀ ਹੈ ਬਿਫੋਰ ਦ ਸੈੱਲ ਡਿਵੀਜ਼ਨ. ਸੋ ਇੱਕ ਨਿਊ ਚੀਜ਼ ਸਾਡੇ ਸਾਹਮਣੇ ਆਈ. ਸੋ ਜਿਹੜੇ ਕ੍ਰੋਮੋਜ਼ੋਮਸ ਹੈ ਬੇਟੇ, ਕ੍ਰੋਮੋਜ਼ੋਮ ਦਾ ਵਰਡ ਹੁੰਦਾ ਹੈ, ਕ੍ਰੋਮੋਜ਼ੋਮ 2 ਵਰਡਸ ਤੋਂ ਮਿਲ ਕੇ ਬਣਿਆ ਹੈ. ਇੱਕ ਹੁੰਦਾ ਕ੍ਰੋਮ, ਇੱਕ ਹੁੰਦਾ SOME, ਸੋਮਾ. ਸੋਮਾ ਹੋ ਗਈ ਕੋਈ ਵੀ ਬੋਡੀ, ਕੋਈ ਕਲਰਡ ਬੋਡੀ ਹੈ. ਕ੍ਰੋਮਾ ਮੀਨਸ ਕਲਰਡ. ਸੋ ਕਲਰਡ ਬੋਡੀ ਜਿਹੜੀ ਹੈ ਉਹ ਨਜ਼ਰ ਆਈ ਆਪਾਂ ਨੂੰ ਨਿਊਕਲੀਅਸ ਦੇ ਅੰਦਰ ਔਰ ਜਿਹਨੂੰ ਕਿ ਅਸੀਂ ਸਟੇਨ ਕਰਕੇ ਵੀ ਆਪਾਂ ਉਹਨੂੰ ਸਟੱਡੀ ਕਰ ਸਕਦੇ ਸੀਗੇ. 1902 ਦੇ ਵਿੱਚ ਕ੍ਰੋਮੋਜ਼ੋਮ ਮੂਵਮੈਂਟ ਡਿਊਰਿੰਗ ਦਾ ਮਿਓਸਿਸ, ਕਿ ਜਦੋਂ ਮਿਓਸਿਸ ਹੁੰਦਾ ਉਸ ਸਮੇਂ ਕ੍ਰੋਮੋਜ਼ੋਮ ਕਿਸ ਤਰ੍ਹਾਂ ਮੂਵ ਕਰਦੇ ਨੇ, ਇਹ ਜਿਹੜੀ ਮੂਵਮੈਂਟ ਹੈ ਇਹ ਵੀ ਵਰਕਆਊਟ ਕੀਤੀ ਗਈ. ਬੱਚੋ ਇੱਕ ਚੀਜ਼ ਇੱਥੇ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਕਿ ਮੈਂਡਲ ਜੋ ਸੀਗੇ ਉਹ ਇੰਨੇ ਜੀਨੀਅਸ ਸੀਗੇ. ਜੋ ਚੀਜ਼ ਮੈਂਡਲ ਨੇ ਇੰਨੇ ਸਾਲ ਪਹਿਲਾਂ ਉਹਨਾਂ ਨੇ ਉਸ ਟਾਈਮ ਦੇ ਵਿੱਚ ਉਹਨਾਂ ਨੇ ਕਿੰਨਾ ਐਡਵਾਂਸ ਉਹਨਾਂ ਨੇ ਸੋਚਿਆ. ਮੈਂਡਲ ਸੈਡ ਕਿ ਫੈਕਟਰਸ ਹੈਗੇ ਨੇ ਜੋ ਕਿ ਇਨਹੈਰੀਟੈਂਸ ਨੂੰ ਕੰਟਰੋਲ ਕਰ ਰਹੇ ਨੇ, ਜੋ ਕਿ ਸਟੇਬਲ ਯੂਨਿਟਸ ਨੇ, ਜੋ ਕਿ ਕਰੈਕਟਰਸ ਨੂੰ ਕੰਟਰੋਲ ਕਰ ਰਹੇ ਨੇ. ਉਸ ਸਮੇਂ ਕੋਈ ਵੀ ਇਸ ਤਰ੍ਹਾਂ ਦੀ ਸਾਇੰਸ ਦੀ ਐਡਵਾਂਸਮੈਂਟ ਨਹੀਂ ਸੀ, ਬਟ ਜੋ ਮੈਂਡਲ ਨੇ ਸੋਚਿਆ ਲੇਟਰ ਔਨ ਉਹੀ ਚੀਜ਼ ਸਾਇੰਟਿਸਟ ਨੇ ਪ੍ਰੂਵ ਕਰ ਦਿੱਤੀ. ਇਸੇ ਲਈ ਮੈਂਡਲ ਜਿਹੜੇ ਨੇ, ਗ੍ਰੈਗਰ ਮੈਂਡਲ ਨੂੰ ਫਾਦਰ ਆਫ ਇਨਹੈਰੀਟੈਂਸ ਬੋਲਿਆ ਜਾਂਦਾ ਹੈ, ਰਾਈਟ. ਨੈਕਸਟ, ਓਕੇ ਬੱਚੇ, 1902 ਦੇ ਵਿੱਚ 2 ਸਾਇੰਟਿਸਟ, ਇੱਕ ਸੀਗੇ ਸੂਟੌਨ, ਵਾਲਟਰ ਸੂਟੌਨ ਔਰ ਇੱਕ ਸੀਗੇ ਥਿਓਡੋਰ ਬੋਵੇਰੀ. ਸੂਟੌਨ ਐਂਡ ਬੋਵੇਰੀ 1902 ਦੇ ਵਿੱਚ ਦੇ ਨੋਟਡ the behavior of chromosomes was parallel
to the behavior of the genes and they use the chromosome movement. उन्होंने ये देखा कि कुछ जिहड़ा क्रोमोसोम्स का बिहेवियर है दैट इज़ पैरेलल टू द बिहेवियर ऑफ द जीन. सो उन्होंने क्रोमोसोम की जिहड़ी मूवमेंट है उसनू स्टडी किया टू एक्सप्लेन मेंटल्स लॉ ऑफ इनहेरिटेंस. ठीक है, तो उन्होंने कहा कि जी क्रोमोसोम है और जोड़े जीन है, बच्चे मैं जीन वर्ड यूज़ कर रही हूँ, एक्चुअली ये फैक्टर है वर्ड, क्योंकि मेंटल ने जीन वर्ड यूज़ नहीं किया सी. तो ही सेड कि जो क्रोमोसोम है और जो जीन है वो दोनों इक्को तरह का सिमिलर मैनर च बिहेव करते हैं. ठीक है, सो जिमें क्रोमोसोम्स हैं, क्रोमोसोम्स हमेशा पेयर्स होंगे ने. आपां नूं पता है डिप्लॉयड क्रोमोसोम हमेशा होमोलॉगस पेयर आपां गल कीती सी कि क्रोमोसोम्स दे आर इन द पेयर. और अगर तुसी फैक्टर देखते हो, फैक्टर भी पेयर दे विच हुंदा है. यू रिमेंबर आपां कीता सी जिवें होमोजाइगस डोमीनेंट है एलिल्स पेयर दे विच है, होमोजाइगस रिसेसिव हैगे ने या हेट्रोजाइगस हैगे ने, दे आर आल्सो इन द पेयर्स, राइट. Sutton and Boveri argued that pairing and separation कि ਜਿਹੜੇ क्रोमोसोम्स पेयर ਹੁੰਦੇ ਨੇ ਉਸ ਤੋਂ ਬਾਅਦ ਸੈਪਰੇਟ ਹੋ ਜਾਂਦੇ ਨੇ, ਇਸ ਦੇ ਨਾਲ ਇਹ ਸੈਗਰੀਗੇਟ ਹੁੰਦੇ ਨੇ. ਔਰ ਮੈਂਡਲ ਨੇ ਵੀ ਆਪਣਾ ਲਾਅ ਆਫ ਸੈਗਰੀਗੇਸ਼ਨ ਦਿੱਤਾ ਸੀਗਾ ਕਿ ਗੇਮੀਟ ਜਦੋਂ ਫਾਰਮੇਸ਼ਨ ਹੁੰਦੀ ਹੈ ਉਸ ਸਮੇਂ ਜਿਹੜੇ ਐਲਿਲਸ ਨੇ ਜਿਹੜੇ पेयर ਹੁੰਦੇ ਨੇ ਉਹ ਸੈਗਰੀਗੇਟ ਹੋ ਜਾਂਦੇ हैं, ਉਹ ਸੈਪਰੇਟ ਹੋ ਜਾਂਦੇ हैं. ठीक है, सो सुटॉन यूनाइटेड द नॉलेज ऑफ क्रोमोसोमल सैग्रीगेशन. तो उन्होंने जो क्रोमोसोम सैपरेट होंगे ने और उस तो बाद जो मेंडेलियन के जो प्रिंसीपल सी उस नॉलेज के नाल उन्होंने अपनी एक थ्योरी दी दैट इज़ नोन एज क्रोमोसोमल थ्योरी ऑफ इनहेरिटेंस. ठीक है, सो क्रोमोसोमल थ्योरी ऑफ इनहेरिटेंस. और उन्होंने कहा कि जो क्रोमोसोम्स ने एक्चुअली वो वहीकल्स ने. क्रोमोसोम्स के उपर की ने जीन्स ने. जीन्स कितने प्रेजेंट है? जीन्स आर प्रेजेंट ऑन द क्रोमोसोम. सो क्रोमोसोम के उपर जीन्स प्रेजेंट होंगे ने. ये क्रोमोसोम है, ये उपर जीन्स प्रेजेंट ने. और क्रोमोसोम्स की ने? क्रोमोसोम्स एक वहीकल्स ने जो कि ट्रांसफर करते हैं जीन नू फ्रॉम वन जनरेशन टू द अनदर जनरेशन, राइट. ओके, सो बच्चे क्रोमोसोमल थ्योरी ऑफ इनहेरिटेंस नू समझण वास्ते मैं इत्थे ਤੁਹਾਨੂੰ ਬਰੀਫਲੀ ਮਿਓਸਿਸ ਐਕਸਪਲੇਨ ਕਰ ਰਹੀ ਹਾਂ. ਆਲਰੇਡੀ ਆਪਾਂ ਮਾਈਟੋਸਿਸ ਤੇ ਮਿਓਸਿਸ +1 ਦੇ ਵਿੱਚ ਕਰ ਚੁੱਕੇ ਹਾਂ. ਬੱਚੇ ਇਹ ਸਾਡਾ ਇੱਕ ਸੈੱਲ ਹੈ ਜੋ ਕਿ ਡਿਪਲੋਇਡ ਸੈੱਲ ਹੈਗਾ ਔਰ 2C ਇਹਦੇ ਵਿੱਚ ਜਿਹੜਾ ਇਸ ਦਾ 2C ਦਾ ਕੀ ਹੈ ਮਤਲਬ ਇਹਦੀ ਜਿਹੜਾ ਜੈਨੇਟਿਕ ਕਨਸਟੀਟਿਊਸ਼ਨ ਹੈ ਉਹ ਕੀ ਹੈਗੀ ਹੈ 2C ਹੈਗੀ. ਇਹਦੀ ਜੀਨੋਮ ਵੀ 2C ਹੈ ਔਰ ਸੈੱਲ ਜੋ ਹੈ ਉਹ ਡਿਪਲੋਇਡ ਹੈ. ਉਸ ਤੋਂ ਬਾਅਦ ਜਦੋਂ ਸੈੱਲ ਇੰਟਰਫੇਸ ਦੇ ਵਿੱਚ ਆਉਂਦਾ ਹੈ, ਐਸ ਫੇਸ 'ਚ ਆਉਂਦਾ ਹੈ. और इफ यू रिमेंबर, इफ यू कैन रिकॉल, एस फेज जिहड़ा हुंदा है उस दे विच जिहड़ा DNA है वो अपनी कॉपी बनाता है. ठीक है, सो इत्थे की है जिहड़ा 2C सी इस जिहड़ा ब्लू वाला है इसने भी अपनी कॉपी बना ली और रेड वाले ने भी अपनी कॉपी बना ली. लेकिन सैल का जिहड़ा प्लॉइडी लैवल है वो चेंज नहीं होया, वो डिप्लॉइड ही है. लेकिन 2C तो इसकी जिहड़ी जीनोम नंबर है वो की हो गया 4C. ਜਦੋਂ ਮਿਓਸਿਸ ਹੁੰਦਾ ਹੈ ਆਪਾਂ ਨੂੰ ਪਤਾ ਹੈ ਮਿਓਸਿਸ ਦੇ ਦੋ ਫੇਜ਼ ਹੁੰਦੇ ਨੇ. ਮਿਓਸਿਸ 1 ਹੁੰਦਾ ਹੈ ਐਂਡ ਮਿਓਸਿਸ 2 ਹੁੰਦਾ ਹੈ, ਰਾਈਟ. ਸੋ ਮਿਓਸਿਸ ਜਦੋਂ 1 ਹੋਏਗਾ ਉਹ ਫਸਟ ਡਿਵੀਜ਼ਨ ਹੋਏਗੀ. ਸੋ ਇਹ ਸੈੱਲ ਤੋਂ ਸਾਡੇ ਕੋਲ ਦੋ ਸੈੱਲ ਆ ਗਏ. ਹੁਣ ਧਿਆਨ ਨਾਲ ਦੇਖੋ ਇੱਥੇ ਜਿਹੜਾ ਸਾਡਾ ਪੇਰੈਂਟ ਸੈੱਲ ਡਿਪਲੋਇਡ ਸੀਗਾ, ਇੱਥੇ ਕੀ ਹੋ ਗਿਆ 2N ਤੋਂ ਹੋ ਗਿਆ ਹੈਪਲੋਇਡ. ਠੀਕ ਹੈ, ਸੋ ਫਸਟ ਜਿਹੜੀ ਜਨਰੇਸ਼ਨ ਆਏਗੀ ਉਹ 1 ਜਿਹੜਾ प्लॉइडी लैवल है वो हैप्लॉइड हो गया. लेकिन जेडे क्रोमोसोम जो 2C है जो जेनेटिक कंटेंट है वो कोई फर्क नहीं पिया. जी फस्ट जनरेशन है ये 2C का 2C रहेगा. इसका मतलब जी मियोसिस 1 होंदा है इस नूं असीं की बोलते हाँ रिडक्शनल डिवीजन. रिडक्शनल डिवीजन बोलते हैं बिकॉज क्रोमोसोम नंबर की होया जो पेरेंट सैल को 2 सीगा, इत्थे क्रोमोसोम नंबर एक सैल च हो गया 1. क्रोमोसोम नंबर इज रिड्यूस टू हाफ. तो जी जीनोम जी डुप्लीकेट हुई सी वो एज इट इज़ साडे कोल चल रही है. उस तो बाद ਜਦੋਂ ਆਪਣੇ ਕੋਲ ਮਿਓਸਿਸ 2 ਹੋਏਗਾ ਸੈਕੰਡ ਡਿਵੀਜ਼ਨ ਹੋਏਗੀ. ਮਿਓਸਿਸ 2 ਕੀ ਹੋਏਗਾ ਸਾਡੇ ਕੋਲ ਮਿਓਸਿਸ 2 ਇਜ਼ ਮਾਈਟੋਸਿਸ. ਆਪਾਂ ਇਹ ਕਹਿ ਸਕਦੇ ਹਾਂ ਕਿ ਮਿਓਸਿਸ 2 ਇਜ਼ ਨਥਿੰਗ ਬਟ ਇਟ ਇਜ਼ ਮਾਈਟੋਸਿਸ. ਇਸ ਨੂੰ ਅਸੀਂ ਇਕੁਏਸ਼ਨਲ ਡਿਵੀਜ਼ਨ ਵੀ ਬੋਲਦੇ ਹਾਂ ਕਿਉਂਕਿ ਹੁਣ ਜਿਹੜਾ ਇੱਕ ਸੈੱਲ ਹੈ ਇਹਦੇ ਤੋਂ ਦੋ ਸੈੱਲ ਬਣ ਗਏ, ਇੱਥੋਂ ਵੀ ਦੋ ਸੈੱਲ ਬਣ ਗਏ. ਜਦੋਂ ਮਿਓਸਿਸ ਹੈ ਮਿਓਸਿਸ ਦੇ ਐਂਡ 'ਚ ਆਪਾਂ ਨੂੰ ਕਿੰਨੇ ਸੈੱਲ ਬਣਦੇ ਆਪਾਂ ਕੋਲ ਕਿੰਨੇ ਗੈਮੀਟਸ ਬਣਦੇ ਆ 4 ਗੈਮੀਟ ਬਣਦੇ ਆ. ਆਪਾਂ ਸਪਰਮੈਟੋਗੋਨੀਆ ਸਪਰਮੈਟੋਜੈਨੇਸਿਸ ਦੇਖਿਆ ਸੀਗਾ ਕਿ ਸਪਰਮ ਮਦਰ ਸੈੱਲ ਜਿਹੜਾ ਹੁੰਦਾ ਹੈ ਉਹ ਕਿੰਨੇ ਸਪਰਮਸ ਬਣਾਉਂਦਾ ਹੈ 4 ਸਪਰਮ ਬਣਾਉਂਦਾ ਹੈ. ਪਹਿਲਾ ਮਿਓਸਿਸ 1 ਹੁੰਦਾ ਹੈ ਜੋ ਕਿ ਰਿਡਕਸ਼ਨਲ ਡਿਵੀਜ਼ਨ ਹੈ. ਸੋ क्रोमोसोम नंबर हाफ हो जाते हैं.
उस तो बाद मियोसिस 2 ਹੁੰਦਾ है जो कि इक्वेशनल डिवीजन है। सो ਜਦੋਂ क्रोमोसोम नंबर हाफ हो गए हैप्लॉइड बन गया, अगे गेमीट्स च भी वो हैप्लॉइड ही रहेगा, राइट। सो ये जस्ट मैं थोड़ा एक रीकॉल किया है कि मियोसिस के समय क्रोमोसोम्स का बिहेवियर जो है वो किस टाइप का होंदा है। आई थिंक इट इज़ क्लीयर टू यू। चलो नैक्सट ओके बच्चे, ये मैं कंपैरिजन थोड़ा होर क्लीयर करने वास्ते आप माइटोसिस ते मैं मियोसिस की एक स्लाइड इत्थे लगाई है। माइटोसिस देखो, सेल डिवाइड कर रहे हैं, 2 डॉटर सेल्स बन रहे हैं, जिन्ने क्रोमोसोम सपोज करो पेरेंट्स को 4 क्रोमोसोम है, तो जिहड़े डॉटर सेल बनणगे उन्हां कोल भी 4 ही रहेंगे, ठीक है। ये रेप्लीकेट किया, उस तो बाद ये डिवाइड करता, एक पेरेंट तो 2 पेरेंट्स आ गए। नाउ वी हैव मियोसिस। मियोसिस रेप्लीकेशन हुई, राइट, सैल डिवाइड किया, पहला मियोसिस 1 आया, जो मियोसिस 1 आया तो एक तो किन्ने हो गए 2। यू रिमेंबर यू कैन सी इट हियर, जिवें इत्थे 4 हैगे आ, तुहानूं 4 दिख रहे हैं क्रोमोसोम, इत्थे रह गए 2 और 2। सो क्रोमोसोम नंबर इज़ रिड्यूस टू हाफ। उस तो बाद अगे इक्वेशनल डिवीजन होया, मियोसिस 2 होया, एक तो फिर 2 बन गए, इत्थों फिर 2 बन गए। सो जिहड़े साडे कोल चारों जिहड़े बने ने, इस चारों की ने हैप्लॉइड, ए भी हैप्लॉइड, ए भी हैप्लॉइड और ए भी हैप्लॉइड, चार, ठीक है। सो मियोसिस माइटोसिस के विच क्रोमोसोम नंबर सेम रहता है डॉटर सेल ते पेरेंट सेल का, इसलिए माइटोसिस इक्वेशनल डिवीजन है, जबकि मियोसिस के विच डॉटर सेल का क्रोमोसोम पेरेंट्स नालों हाफ हो जाता है, इस करके आपां मियोसिस नूं रिडक्शनल डिवीजन भी बोलते हैं, राइट। नैक्सट ओके बच्चे, ओके बच्चे, ये थोड़ा NCERT का डायग्राम है बच्चे। इस डायग्राम के नाल आपां लॉ ऑफ सैग्रीगेशन जो है, मेंडल का लॉ ऑफ सैग्रीगेशन जो है उसनूं समझण की कोशिश करांगे। सो इत्थे देखो, जदे अपने कोल ये G2 फेज़ या S फेज़ आता है, इत्थे साडे कोल 2 क्रोमोसोम्स ने, जब क्रोमोसोम्स ने डिवाइड करना है, जस्ट वेट बेटा, ओके, क्रोमोसोम्स जो S फेज़ दे विच आएंगे या G2 फेज़ तो बाद S फेज़ आएगा, तो उन्हें अपनी की बनाएंगे, कॉपी बनाएंगे, ठीक है। इन्हों असीं सिंथेटिक फेज़ भी कहते हैं। सो क्रोमोसोम की करेगा, डुप्लीकेट करेगा। देखो येलो रेड, इसने भी अपनी कॉपी बना ली, देन साडे कोल ऑरेंज ग्रीन है, इसने भी अपनी कॉपी बना ली है, ठीक है। उस तो बाद इत्थे एनाफेज़ दिखाया गया, बट आपां नूं पता है एनाफेज़ तो बाद मेटाफेज़ आती है, सॉरी एनाफेज़ तो पहला मेटाफेज़ आता है। मेटाफेज़ दे विच की हुंदा है कि क्रोमोसोम्स जो है, जिवें इत्थे सेंटर दे विच दिखाए हैं, क्रोमोसोम्स अपने आप नूं सेंटर दे विच, राइट, इक्वेटर दे अपने आप नूं अरेंज कर लेंदे हैं, उन्होंने आपां मेटाफेज़ प्लेट भी कहते हैं, उत्थे वो अलाइन कर लेंदे हैं। हुण इत्थे जदों एनाफेज़ स्टेज आएगा, मियोसिस 1 इत्थे सिंगल सेल दिखाया गया। सिंगल सेल का की मतलब है, मियोसिस 1 का मतलब कि इत्थे क्रोमोसोम नंबर जिहड़े ने वो हाफ हो चुके ने। जदों क्रोमोसोम नंबर हुण इत्थे की होएगा, जदों मियोसिस 1 होएगी तो क्रोमोसोम जिहड़े ने वो ऑपोजिट पोल्स ते, ये एरोज की इंडिकेट कर रहे हैं, ये सैपरेट हो रहे हैं, सैग्रीगेट होना शुरू हो गए, ऑपोजिट पोल ते जा रहे हैं। मियोसिस 2 देखो, जिहड़े अपने पहला ऊपर वाला जिहड़ा सीगा वो इधर चला गया, और नीचे वाला ऑरेंज जिहड़ा सीगा वो नीचे चला गया। हजे वो पेयर्स दे विच इकट्ठे ने, क्योंकि क्रोमोसोम जिहड़ा हैगा वैसे वो हैप्लॉइड हो गए, ठीक है, हाफ हो गए ना। पेरेंट सेल कोल किन्ने सीगे, 2n सीगे, और जदों 2 डॉटर सेल बने, इहदे कोल एक चला गया, इहदे कोल एक चला गया। सो इहदा मतलब की हो गया, रिडक्शनल डिवीजन हो गया, राइट। उस तो बाद जदों उहदे जर्म सेल्स बननगे या जदों गैमीट्स बननगे, सो इहदे तो एक तो 2 बन गए, इहदे तो भी एक तो 2 बन गए। उस तो बाद एक जिहड़ा हैगा ये हैप्लॉइड इधर चला गया, एक इधर चला गया, और सिमिलरली 2 जिहड़े सीगे वो 4 साडे कोल हैप्लॉइड गैमीट्स बन गए, ठीक है। इहदा मतलब क्रोमोसोम जिहड़े हैं एनाफेज़ दे स्टार्ट मूविंग टूवर्ड्स द ऑपोजिट पोल्स, वो सैपरेट हो रहे हैं, सैग्रीगेशन कर रहे हैं। जो आप स्पर्मेटोजेनेसिस विच भी ये स्टडी किया। सो जिहड़ा मेंडल लॉ ऑफ सैग्रीगेशन है वो भी प्रूफ हो गया थे। इट वॉज प्रूव बाय सूटोन एंड बोवेरीज थ्योरी ऑफ क्रोमोसोमल थ्योरी ऑफ इनहेरिटेंस। तो उन्होंने कहा कि इस दे बेस ते उन्होंने कहा कि क्रोमोसोम्स जिहड़े ने वो रिस्पॉन्सिबल ने फॉर द ट्रांसफर ऑफ जीन्स और ट्रांसफर ऑफ फैक्टर्स। क्रोमोसोम्स के ऊपर जीन्स प्रेजेंट ने, और क्रोमोसोम जिहड़े ने, क्योंकि हुण आ क्रोमोसोम इत्थे आ गया, ऑब्वियसली इन्हां दे ऊपर जीन्स प्रेजेंट ने, क्रोमोसोम ते इहदे ऊपर भी जीन्स प्रेजेंट हुंदे, ठीक है, ये जीन्स प्रेजेंट है। सो क्रोमोसोम्स रिस्पॉन्सिबल हुंदे ने फॉर द ट्रांसफर ऑफ जीन फ्रॉम वन जनरेशन टू अनदर जनरेशन, वो जीन नूं लैके जांदे हैं। और इस चीज़ नूं आपां जदों सूटोन बोवेरी ने क्रोमोसोमल थ्योरी ऑफ इनहेरिटेंस दी, तो आपां इस चीज़ नूं प्रूव कर सकते सी, जिवें आपां क्रोमोसोम्स नूं आपां
ਆਪਾਂ ਸਟੇਨ ਕਰ ਸਕਦੇ ਹਾਂ ਔਰ ਮਾਈਕਰੋਸਕੋਪ ਦੇ ਨੀਚੇ ਆਪਾਂ ਉਸ ਨੂੰ ਅਬਜ਼ਰਵ ਕਰ ਸਕਦੇ ਹਾਂ। ਸੋ ਜੋ ਆਪਣਾ ਮੈਂਡਲਸ ਲਾਅ ਆਫ ਸੈਗਰੀਗੇਸ਼ਨ ਸੀਗਾ ਬੱਚੇ, ਉਸ ਨੂੰ ਸੁਟੋਨ ਐਂਡ ਬੋਵੇਰੀ ਨੇ 1902 ਦੇ ਵਿੱਚ ਉਸ ਚੀਜ਼ ਨੂੰ ਪ੍ਰੂਵ ਕਰਤਾ ਕਿ ਜਿਹੜੇ ਐਲਿਲਸ ਨੇ ਉਹ ਕੀ ਹੋ ਰਹੇ ਨੇ, ਸੈਪਰੇਟ ਹੋ ਰਹੇ ਨੇ। ਦੇਖੋ ਐਲਿਲ ਸੈਪਰੇਟ ਹੋ ਰਹੇ ਨੇ, ਤਾਂ ਕਰਕੇ ਦੋ ਅਲੱਗ-ਅਲੱਗ ਕਿੱਥੇ ਜਾ ਰਹੇ ਨੇ, ਇੱਥੇ ਵੀ ਉਹ ਸੈਪਰੇਟ ਹੋ ਰਹੇ ਨੇ। ਸੋ ਇਸ ਚੀਜ਼ ਨੂੰ ਕ੍ਰੋਮੋਸੋਮਲ ਥਿਊਰੀ ਨੇ ਪ੍ਰੂਵ ਕਰਤਾ। ਨੈਕਸਟ, ਸੋ ਮੈਂਡਲ ਦਾ ਜਿਹੜਾ ਨੈਕਸਟ ਲਾਅ ਸੀਗਾ ਉਹ ਸੀਗਾ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ। ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ ਵਾਸਤੇ ਬੱਚੇ ਆਪਾਂ ਇੱਥੇ ਦੋ ਕੇਸਿਸ ਲਏ ਹੈਗੇ ਨੇ। ਇਹ ਸਾਡਾ NCERT ਦਾ ਡਾਇਗਰਾਮ ਹੈ ਸਟੂਡੈਂਟਸ। ਸੋ ਇੱਥੇ ਜਿਹੜਾ ਹੈਗਾ ਮਿਓਸਿਸ 1 ਦਾ ਐਨਾਫੇਜ਼ ਸਟੇਜ ਹੈ, ਇਹ ਵੀ ਮਿਓਸਿਸ 1 ਦੀ ਐਨਾਫੇਜ਼ ਸਟੇਜ। ਸੋ ਇੱਥੇ ਜਿਹੜੇ ਇੱਕ ਸੈੱਟ ਹੈਗਾ ऑरेंज ग्रीन हैगा, लॉन्ग ऑरेंज है, स्मॉल ग्रीन क्रोमोसोम है, और दूसरा लॉन्ग येलो है और छोटा ਉਹਦਾ पार्ट ਜਿਹੜਾ ਹੈਗਾ ਉਹ रेड है, राइट। सिमिलरली ਇੱਥੇ ਸਾਡਾ ਹੈਗਾ ऑरेंज एंड रेड एंड देन येलो एंड ग्रीन। Okay, so law of independent assortment can also be proved with chromosomal theory of inheritance, right? सो ਇੱਥੇ ਦੇਖੋ ਮਿਓਸਿਸ 1 ਐਨਾਫੇਜ਼ ਹੈ, ਇੱਥੇ ਦੋ ਸੈੱਲ ਬਣ ਗਏ, ਇੱਕ ਇੱਥੇ ਚਲਾ ਗਿਆ, ਇੱਕ ਇੱਥੇ ਚਲਾ ਗਿਆ, ਇੰਡੀਪੈਂਡੈਂਟਲੀ ਜਾ ਰਹੇ ਨੇ। ਇਸ ਵਾਲੇ ਇਹ ਵਾਲੇ ਸੈੱਲ ਨੂੰ ਇਸ ਦੇ ਨਾਲ ਕੋਈ ਮਤਲਬ ਨਹੀਂ ਹੈ, ਇੰਡੀਪੈਂਡੈਂਟਲੀ ਜਾ ਰਹੇ ਆ ਦੋਨੋਂ। ਉਸ ਤੋਂ ਬਾਅਦ ਜਦੋਂ ਹੈਪਲੋਇਡ ਗੈਮੀਟਸ ਬਣੇ ਨੇ ਇਹ ਫਿਰ ਸੈਗਰੀਗੇਟ ਹੋ ਗਏ। ਦੇਖੋ ਮੈਂਡਲਸ ਲਾਅ ਆਫ ਸੈਗਰੀਗੇਸ਼ਨ ਵੀ ਪ੍ਰੂਵ ਹੋ ਰਿਹਾ ਇੱਥੇ। ਇਹ ਦੋਨੋਂ ਪੇਅਰਸ ਫਿਰ ਸੈਪਰੇਟ ਹੋ ਗਏ ਔਰ ਇਹ ਦੋਨੋਂ ਪੇਅਰ ਫਿਰ ਸੈਪਰੇਟ ਹੋ ਗਏ। ਬੱਚੇ ਇਫ ਯੂ ਰਿਮੈਂਬਰਸ ਮੈਂਡਲਸ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ, ਉਸਨੇ ਕਿਹਾ ਕਿ ਜਦੋਂ ਦੋ ਪੇਅਰਸ ਆਪਾਂ ਡਾਈਹਾਈਬ੍ਰਿਡ ਕ੍ਰਾਸ ਕੀਤਾ ਸੀ ਉਹਦੇ 'ਚ ਆਪਾਂ ਦੋ ਪੇਅਰਸ ਲਏ ਸੀ। ਇਫ ਵੀ ਸਟੱਡੀ 2 ਪੇਅਰਸ ਆਫ ਟ੍ਰੇਟ। ਜਦੋਂ ਦੋ ਪੇਅਰਸ ਆਫ ਟ੍ਰੇਟਸ ਕੰਬਾਈਨਡ ਹੋ ਜਾਂਦੇ ਨੇ ਹਾਈਬ੍ਰਿਡ ਦੇ ਵਿੱਚ, ਠੀਕ ਹੈ, ਜਦੋਂ ਆਪਾਂ ਕੋਈ ਵੀ ਜਦੋਂ ਹਾਈਬ੍ਰਿਡ ਲਿਆ, ਸਪੋਜ਼ ਆਪਾਂ ਕਿਹਾ ਕਿ ਟॉल ਪਲਾਂਟ ਹੈ ਔਰ ਰਾਊਂਡ ਸੀਡ ਹੈ, ਠੀਕ ਹੈ, टॉल प्लांट है और राउंड सीड है, तो द हाइब्रिड की सी टॉल सीगा, स्मॉल टी सी आर सी एंड स्मॉल आर सी, ठीक है। सो दो जेडे पेयर्स ऑफ ट्रेट है वो हाइब्रिड च कंबाइंड हो गए। तो सेग्रीगेशन ऑफ वन पेयर ऑफ करैक्टर इज इंडिपेंडेंट ऑफ अदर पेयर ऑफ द करैक्टर। ਜਦੋਂ ਆਹ ਵਾਲਾ ਪੇਅਰ ਸੈਗਰੀਗੇਟ ਹੋ ਰਿਹਾ ਅਲੱਗ ਇੰਡੀਪੈਂਡੈਂਟਲੀ ਔਰ ਆਹ ਵਾਲਾ ਪੇਅਰ ਇੰਡੀਪੈਂਡੈਂਟਲੀ ਜਾ ਰਿਹਾ, ਦੋਨੋਂ ਇਸ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ, ਇਸ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਸੋ ਪੇਅਰਸ ਜਿਹੜੇ ਨੇ ਉਹ ਇੱਥੇ ਆਹ ਵਾਲੇ ਪੇਅਰਸ ਇੰਡੀਪੈਂਡੈਂਟਲੀ ਸੈਗਰੀਗੇਟ ਹੋ ਰਹੇ ਨੇ। ਬੱਚੇ ਫਿਰ ਤੋਂ ਗੱਲ ਸਮਝੋ ਕਿ ਜਦੋਂ ਵੈਨ 2 ਪੇਅਰ ਆਫ ਟ੍ਰੇਟਸ ਆਰ ਕੰਬਾਈਨਡ ਇਨ ਦਾ ਹਾਈਬ੍ਰਿਡ, ਇੱਕ ਹਾਈਬ੍ਰਿਡ 'ਚ ਆਪਾਂ ਦੋ ਪੇਅਰਸ ਆਪਾਂ ਪੇਅਰ ਆਫ ਟ੍ਰੇਟ ਲੈ ਰਹੇ, ਜਿਵੇਂ ਮੈਂ ਟॉल ਲਿਆ ਤੇ ਰਾਊਂਡ ਸੀਡ ਲਿਆ, ठीक है। जो when 2 पेयर of traits are combined in a hybrid, F1 जनरेशन च हाइब्रिड बन गया सी अपना। सो segregation of one pair of character, जिवें आ वाला 1 पेयर है या इस डायग्राम च भी आप सेम चीज़ दे सकते हैं, जिवें आ वाला 1 पेयर है, ये दूजा पेयर है। जो ये पेयर इंडिपेंडेंटली सैग्रीगेट हो गया, आ वाला पेयर इंडिपेंडेंटली सैग्रीगेट हो गया। सैग्रीगेशन मीन सैपरेट हो गई। सो सैग्रीगेशन ऑफ वन पेयर ऑफ करैक्टर इज इंडिपेंडेंट ऑफ द अदर, ठीक है। सो इत्थे तुसीं देख सकते हो जो आप डिफरेंट कलर ना किया सीगा। सो ये पहला हैप्लॉइड सैल बन गए, 2 बने, फिर इत्थों भी 2 सैल बन गए, इत्थों भी 4 सैल बननगे मियोसिस दे विच। सो आ वाला इत्थे दोनों सैपरेट हो गए, एक इहदे च आ गया, एक इत्थे आ गया, येलो ग्रीन भी सैग्रीगेट अलग हो गया। सो ये इंडिपेंडेंट है दूसरे पेयर दे, एक पेयर अपना सैग्रीगेट होएगा, दूसरा अपना सैपरेट हो रहा है एंड दे आर इंडिपेंडेंट। सो दिस वॉज नथिंग बट दिस वॉज द लॉ ऑफ द इंडिपेंडेंट असॉर्टमेंट विच वॉज गिवन बाय ग्रेगर मेंडल, राइट स्टूडेंट्स। सो इस बेस ते जिहड़ा साडा क्रोमोसोमल थ्योरी ऑफ इनहेरिटेंस सीगा विच वॉज गिवन बाय सुटॉन एंड बोवेरी आफ्टर हाउ मेनी, आफ्टर अप्रॉक्सीमेटली 35 ईयर्स, है ना, 35 ईयर्स ऑफ मेंडल्स पब्लिकेशन। सो सुटॉन एंड बोवेरी ने स्टूडेंट्स ये प्रूव करता, सब तो पहला तो ये गल प्रूव होगी कि जो मेंडल ने इन्ने साल पहला फैक्टर्स की गल की सीगी, जो मेंडल ने अपना हैरिडिटरी दे लॉज दिते सीगे वो सारा ट्रू हो गया, ठीक है। मेंडल नूं जीन वर्ड नहीं पता सी, मेंडल नूं क्रोमोसोम वर्ड नहीं पता सी, लेकिन मेंडल ने फैक्टर वर्ड यूज़ किया और उस जिहड़ा जीनियस मेंडल दा वर्क सीगा उस दे 35 ईयर्स तो बाद सुटॉन एंड बोवेरी ने क्रोमोसोमल थ्योरी ऑफ इनहेरिटेंस दे विच प्रूव करता। और उन्होंने मेन उन्होंने गल दसी कि क्रोमोसोम्स जो होंदे ने दे आर एक्चुअली वहीकल्स ने, वो एक वहीकल है, वो एक कार है जिहदे विच बैठ के
ਜਿਹੜੀ ਪੈਸੇਂਜਰ ਕੌਣ ਹੈ, ਸਵਾਰੀ ਕੌਣ ਹੈ, ਜੀਨਸ ਹੈ। ਸੋ ਉਹ ਇੱਕ ਵਹੀਕਲਸ ਨੇ ਜਿਸ ਦੇ ਵਿੱਚ ਬੈਠ ਕੇ ਜੀਨਸ ਟਰੈਵਲ ਹੁੰਦੇ ਨੇ, ਜੀਨਸ ਜਾਂਦੇ ਨੇ, ਜੀਨਸ ਟਰਾਂਸਮਿਟ ਹੁੰਦੇ ਨੇ ਫਰੋਮ ਵਨ ਜਨਰੇਸ਼ਨ ਟੂ ਦਾ ਅਨਦਰ ਜਨਰੇਸ਼ਨ। So that's all about Sujon and Boveri chromosomal theory of inheritance। I hope ਬੱਚੇ ਤੁਹਾਨੂੰ ਅੱਜ ਦਾ ਟੌਪਿਕ, ਅੱਜ ਮੈਂ ਸਿਰਫ ਇੱਕੋ ਹੀ ਟੌਪਿਕ ਲਿਆ ਸੀਗਾ, chromosomal theory of inheritance, which is very very important, ਜਿਸ ਦੇ ਵਿੱਚ ਅਸੀਂ ਮੈਂਡਲ ਦੇ ਵਰਕ ਨੂੰ ਕੰਪੇਅਰ ਕੀਤਾ with the chromosomes। we compared the factors with the chromosome ਕਿ ਦੋਨੋਂ ਪੇਅਰਸ ਦੇ ਵਿੱਚ ਹੈ। law of segregation ਆਪਾਂ ਦੇਖਿਆ ਕਿ ਕਿੱਦਾਂ ਐਪਲੀਕੇਬਲ ਹੈ in both the cases, and then Mendel's third law, that was the law of independent assortment। so that's all student, I hope ਤੁਹਾਨੂੰ ਅੱਜ ਦਾ ਲੈਕਚਰ ਸਮਝ ਆ ਗਿਆ ਹੋਵੇਗਾ। ਥੈਂਕ ਯੂ ਸੋ ਮਚ ਬੱਚੇ।